ਪਹਿਲੀ ਸ਼ਰਤ ਇਹ ਹੈ ਕਿ ਤੁਹਾਨੂੰ 2 ਦਿਨਾਂ ਦਾ ਰਿਫਰੈਸ਼ ਟ੍ਰੇਨਿੰਗ ਕੋਰਸ ਕਰਨਾ ਉਹਦਾ ਜਿਹੜਾ ਹੈਗਾ ਵੀਜ਼ਾ ਤੇ ਟਿਕਟ ਜਿਹੜਾ ਹੈਗਾ ਉਹ ਪ੍ਰੂਫ ਦੇ ਤੌਰ ਤੇ ਜਿਹੜਾ ਹੈਗਾ ਉਹ ਨਾਲ ਲਾਉਣਾ ਪੈਂਦਾ। ਤਾਂ ਮੋਟਰ ਵਹੀਕਲ ਸੈਕਸ਼ਨ 199 ਸਬਸੈਕਸ਼ਨ ਏ ਦੇ ਅੰਡਰ 25000 ਰੁਪਏ ਦਾ ਉਹਦਾ ਚਲਾਨ ਹੋਊਗਾ। ਅੰਡਰ ਏਜ ਦਾ ਚਲਾਨ ਹੋ ਜਾਂਦਾ ਹੈ। ਸਤਿ ਸ਼੍ਰੀ ਅਕਾਲ ਤੇ ਤੁਸੀਂ ਦੇਖ ਰਹੇ ਹੋ ਮੇਰ ਟੀਵੀ ਤੇ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਰੋਡ ਸੁਰੱਖਿਆ ਨੂੰ ਲੈ ਕੇ ਔਰ ਸਾਡੇ ਜੋ ਟਰਾਂਸਪੋਰਟ ਔਰ ਇਸ ਨੂੰ ਲੈ ਕੇ ਸਾਡੇ ਨਾਲ ਇਸ ਰੋਡ ਸੁਰੱਖਿਆ ਦੇ ਜਿਹੜੇ ਮਾਹਰ ਨੇ ਮਨੀਸ਼ ਜੀ ਜੁੜੇ ਹੋਏ ਨੇ। ਉਹਨਾਂ ਨਾਲ ਅਸੀਂ ਬਹੁਤ ਸਾਰੇ ਸਵਾਲਾਂ ਦੇ ਜਵਾਬ ਲਵਾਂਗੇ ਕਿ ਕਿਹੜੇ ਰੋਡ ਸੁਰੱਖਿਆ ਨੂੰ ਲੈ ਕੇ ਸਰਕਾਰ ਨੇ ਨਵੇਂ ਕਾਨੂੰਨ ਲਾਗੂ ਕੀਤੇ ਨੇ ਔਰ ਉਹਨਾਂ ਦੇ ਲਈ ਸਾਨੂੰ ਕਿਹੜੇ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੈ। ਔਰ ਜੇਕਰ ਅੱਜ ਸਾਡੀ ਨੌਜਵਾਨ ਪੀੜ੍ਹੀ ਬਾਹਰਲੇ ਵਿਦੇਸ਼ਾਂ ਦੇ ਵਿੱਚ ਜਾ ਰਹੀ ਆ ਤੇ ਉਹਨਾਂ ਨੂੰ ਉੱਥੇ ਜਾ ਕੇ ਕਿਹੜੇ ਕਾਨੂੰਨੀ ਤੌਰ ਤੇ ਦਸਤਾਵੇਜ਼ ਜਿਹੜੇ ਸਹਾਈ ਹੋਣਗੇ ਜਿਸ ਕਰਕੇ ਉਹ ਆਪਣੇ ਉੱਥੇ ਜਾ ਕੇ ਡਰਾਈਵਿੰਗ ਦਾ ਕਿੱਤਾ ਹੈ ਉਸ ਨੂੰ ਚੁਣ ਸਕਣਗੇ। ਸਭ ਤੋਂ ਪਹਿਲਾਂ ਮਨੀਸ਼ ਜੀ ਤੁਹਾਡਾ ਮੇਰ ਟੀਵੀ ਤੇ ਸਵਾਗਤ ਹੈ। ਮੇਹਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਸਿੰਪਲ ਜਿਹਾ ਇੱਕ ਸਵਾਲ ਆ ਜੀ, ਅੱਜ ਕੱਲ੍ਹ ਜਿਹੜਾ ਲਾਇਸੈਂਸ ਜਿਹੜਾ ਇੱਥੇ ਲਰਨਿੰਗ ਲਾਈਟ ਜਾਂ ਹੈਵੀ ਲਾਇਸੈਂਸ ਹੁੰਦਾ ਸਾਡੇ ਬਣਾਉਣ ਦੀ ਉਹ ਕੀ ਪ੍ਰਕਿਰਿਆ ਹੁੰਦੀ? ਬਹੁਤ ਸਾਰੇ ਜਿਹੜੇ ਆਮ ਲੋਕਾਂ ਨੂੰ ਇਸ ਬਾਰੇ ਬਹੁਤ ਘੱਟ ਜਾਣਕਾਰੀ ਹੁੰਦੀ ਆ, ਉਹ ਅਕਸਰ ਖੱਜਲ ਖਰਾਬ ਹੁੰਦੇ ਆ। ਕਿਵੇਂ ਬਣਦਾ ਹੈ ਇਸ ਬਾਰੇ ਸਾਨੂੰ ਥੋੜ੍ਹੀ ਜਾਣਕਾਰੀ ਦਿਓ। ਹੁਣ 1 ਸਤੰਬਰ 2019 ਦੇ ਵਿੱਚ ਸਰਕਾਰ ਨੇ ਜਿਹੜਾ ਬਹੁਤ ਜ਼ਿਆਦਾ ਕਾਨੂੰਨਾਂ ਦੇ ਵਿੱਚ ਜਿਹੜੀ ਹੈਗੀ ਹੈ ਤਬਦੀਲੀ ਕੀਤੀ ਗਈ। ਬਹੁਤ ਸਾਰੇ ਕਾਨੂੰਨ ਬਹੁਤ ਜ਼ਿਆਦਾ ਜਿਨ੍ਹਾਂ ਦੇ ਵਿੱਚ 1900 ਆਪਾਂ ਮੰਨਦੇ ਹਾਂ ਕਿ 1988 ਤੋਂ ਬਾਅਦ ਜੇ ਭਾਰਤ ਦਾ ਮੋਟਰ ਵਹੀਕਲ ਐਕਟ ਜਿਹੜਾ ਚੇਂਜ ਹੋਇਆ ਹੈ ਤਾਂ ਉਹ 1 ਸਤੰਬਰ 2019 ਦੇ ਵਿੱਚ ਸਭ ਤੋਂ ਜ਼ਿਆਦਾ ਇਹਦੇ ਵਿੱਚ ਜਿਹੜੀਆਂ ਹੈਗੀਆਂ ਚੇਂਜਿਸ ਜਿਹੜੀਆਂ ਹੈਗੀਆਂ ਨੇ ਉਹ ਲਿਆਂਦੀਆਂ ਹੈਗੀਆਂ। ਜਿਹੜਾ ਸਾਡਾ ਪੰਜਾਬ ਭਾਰਤ ਦਾ ਪਹਿਲਾ ਸੂਬਾ ਹੈ ਜਿਹਦੇ ਵਿੱਚ ਗ੍ਰੈਜੂਏਸ਼ਨ ਪ੍ਰਣਾਲੀ ਦੇ ਤਹਿਤ ਜਿਹੜੇ ਹੈਗੇ ਉਹ ਲਾਇਸੈਂਸ ਬਣਨੇ ਸ਼ੁਰੂ ਹੋਏ। ਕਿ 2012 ਤੋਂ ਬਾਅਦ ਕੋਈ ਵੀ ਸਿੱਧਾ ਲਾਇਸੈਂਸ ਨਹੀਂ ਸੀ ਬਣਾ ਸਕਦਾ। ਆਨਲਾਈਨ ਕੰਮ ਚਾਲੂ ਹੋ ਗਿਆ। ਸਟੈਪ ਬਾਏ ਸਟੈਪ ਜਿਹੜੇ ਹੈਗੇ ਉਹ ਲਾਇਸੈਂਸ ਬਣਾਉਣੇ ਪੈਂਦੇ ਸੀ। ਪਹਿਲਾਂ ਮੋਟਰਸਾਈਕਲ ਕਾਰ ਦਾ ਬਣਾਉਣਾ ਪੈਂਦਾ ਹੈ, ਉਸ ਤੋਂ 1 ਸਾਲ ਬਾਅਦ ਬਣਾਉਣਾ ਪੈਂਦਾ ਸੀ LTV ਲਾਇਸੈਂਸ। 1 ਸਾਲ ਬਾਅਦ ਜਿਹੜਾ ਹੈਗਾ ਬਣਾਉਣਾ ਪੈਂਦਾ ਸੀਗਾ HTV ਲਾਇਸੈਂਸ, ਜਿਹਨੂੰ ਆਪਾਂ ਹੈਵੀ ਲਾਇਸੈਂਸ ਜਿਹੜਾ ਹੈਗਾ ਉਹ ਬੋਲਦੇ ਹਾਂ। ਚਾਹੇ ਕੋਈ ਲਾਇਸੈਂਸ ਬਣਾ ਲਓ, LMV ਬਣਾ ਲਓ, LTV ਬਣਾ ਲਓ, HTV ਬਣਾ ਲਓ। ਉਹਦੇ ਲਈ ਪਹਿਲਾਂ ਲਰਨਿੰਗ ਲਾਇਸੈਂਸ ਬਣਾਉਣਾ ਪੈਂਦਾ ਸੀ ਜਿਹੜਾ 6 ਮੰਥਲੀ ਉਹ ਵੈਲਿਡ ਹੁੰਦਾ ਹੈ। ਉਹਦੇ ਲਈ ਇੱਕ ਟੈਬਲੇਟ ਟੈਸਟ ਦੇਣਾ ਪੈਂਦਾ ਹੈ। 10 ਕੁਐਸਚਨਾਂ ਦੇ ਵਿੱਚੋਂ ਅਗਰ ਅਸੀਂ 6 ਕੁਐਸਚਨ ਪਾਰ ਕਰਦੇ ਹਾਂ ਤਾਂ ਹੀ ਸਾਨੂੰ ਜਿਹੜਾ ਹੈਗਾ ਸਾਨੂੰ ਪਾਸ ਗਿਣਿਆ ਜਾਂਦਾ ਹੈ ਅਤੇ ਸਾਨੂੰ ਜਿਹੜਾ ਹੈਗਾ ਲਰਨਿੰਗ ਲਾਇਸੈਂਸ ਜਿਹੜਾ ਹੈਗਾ ਉਹ ਮਿਲ ਜਾਂਦਾ ਹੈ। ਤਾਂ ਉਸ ਤੋਂ ਆਫਟਰ 45 ਡੇਜ਼ ਬਾਅਦ ਜਦੋਂ ਲਰਨਿੰਗ ਲਾਇਸੈਂਸ ਬਣ ਜਾਂਦਾ, ਵੈਸੇ ਤਾਂ 6 ਮੰਥਲੀ ਵੈਲਿਡ ਹੁੰਦਾ ਹੈ, ਪਰ ਅਸੀਂ ਆਫਟਰ 45 ਡੇਜ਼ ਬਾਅਦ ਜਿਹੜਾ ਹੈਗਾ ਉਹ ਹੈਵੀ ਆਪਣੇ ਪਰਮਾਨੈਂਟ ਲਾਇਸੈਂਸ ਲਈ ਜਿਹੜਾ ਹੈਗਾ ਉਹ ਅਪਲਾਈ ਜਿਹੜਾ ਹੈਗਾ ਉਹ ਕਰ ਸਕਦੇ ਹਾਂ। ਚਾਹੇ ਤੁਸੀਂ ਕਾਰ ਦਾ ਲਾਇਸੈਂਸ ਬਣਾਉਣਾ ਹੈ, ਚਾਹੇ ਹੈਵੀ ਲਾਇਸੈਂਸ ਬਣਾਉਣਾ ਹੈ, ਤਾਂ ਸਭ ਤੋਂ ਪਹਿਲਾਂ ਬੰਦੇ ਨੂੰ ਲਰਨਿੰਗ ਲਾਇਸੈਂਸ ਜਿਹੜਾ ਹੈਗਾ ਉਹ ਬਣਾਉਣਾ ਹੀ ਪੈਣਾ। ਹੁਣ 1 ਸਤੰਬਰ 2019 ਤੋਂ ਬਾਅਦ ਜਿਹੜੀ ਤਬਦੀਲੀ ਆਈ ਉਹ ਇਹ ਆਈ ਹੈ ਕਿ ਜਿਹੜਾ ਵਿੱਚ ਵਾਲਾ ਲਾਇਸੈਂਸ ਸੀਗਾ LTV, ਉਹ ਲਾਇਸੈਂਸ ਨੂੰ ਬਿਲਕੁਲ ਗੌਰਮੈਂਟ ਨੇ ਜਿਹੜਾ ਹੈਗਾ ਉਹ ਖ਼ਤਮ ਕਰਤਾ ਹੈ। ਹੁਣ LTV ਲਾਇਸੈਂਸ ਬਣਨੇ ਜਿਹੜੇ ਹੈਗੇ ਉਹ ਬੰਦ ਹੋ ਗਏ। ਹੁਣ ਸਿਰਫ 2 ਤਰ੍ਹਾਂ ਦੇ ਹੀ ਲਾਇਸੈਂਸ ਰਹਿ ਗਏ, LMV ਤੇ HTV। LMV ਤੋਂ HTV ਜਿਹਨੂੰ ਆਪਾਂ ਹੈਵੀ ਲਾਇਸੈਂਸ ਕਹਿੰਦੇ ਆ, ਅਗਰ LMV 1 ਸਾਲ ਹੋ ਗਿਆ ਬਣੇ ਨੂੰ ਤਾਂ ਅਸੀਂ 1 ਸਾਲ ਬਾਅਦ ਜਿਹੜਾ ਹੈਗਾ ਉਹ ਹੈਵੀ ਲਾਇਸੈਂਸ ਲਈ ਜਿਹੜਾ ਹੈਗਾ ਉਹ ਅਪਲਾਈ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਚਾਹੇ ਤੁਸੀਂ ਕਾਰ ਦਾ ਲਾਇਸੈਂਸ ਬਣਾਉਣਾ, ਚਾਹੇ ਹੈਵੀ ਲਾਇਸੈਂਸ ਬਣਾਉਣਾ ਹੈ, ਤਾਂ ਲਰਨਿੰਗ ਲਾਇਸੈਂਸ ਤੁਹਾਨੂੰ ਜਿਹੜਾ ਹੈਗਾ ਉਹ ਬਣਾਉਣਾ ਹੀ ਪੈਂਦਾ। ਹੁਣ ਜਦੋਂ ਵੀ ਸਾਡੇ ਮੋਟਰਸਾਈਕਲ ਕਾਰ ਵਾਲਿਆਂ ਦਾ 18 ਸਾਲ ਦੀ ਏਜ ਦੇ ਵਿੱਚ ਮੋਟਰਸਾਈਕਲ ਕਾਰ ਦਾ ਲਾਇਸੈਂਸ ਬਣ ਜਾਂਦਾ ਹੈ, ਉਹ ਅਕਸਰ ਹੀ ਉਹਨਾਂ ਦੇ ਦਿਮਾਗ ਦੇ ਵਿੱਚ ਇਹ ਹੁੰਦਾ ਕਿ ਸਾਡਾ ਤਾਂ ਲਾਇਸੈਂਸ ਬਣ ਗਿਆ, ਅਸੀਂ ਹੁਣ ਵਹੀਕਲ ਚਲਾ ਸਕਦੇ ਹਾਂ। ਤਾਂ ਉਹ ਆਪਣੀ ਮਨ ਮਰਜ਼ੀ ਤੇ ਲਰਨਿੰਗ ਲਾਇਸੈਂਸ ਦੇ ਉੱਪਰ
ਆਪਣੀ ਮਨਮਰਜ਼ੀ ਨਾਲ ਦੂਰ ਦਰਾਡੇ ਤੱਕ ਆਪਣਾ ਵਹੀਕਲ ਚਲਾਉਣਾ ਸ਼ੁਰੂ ਕਰ ਦਿੰਦੇ ਆ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਹੁੰਦਾ ਕਿ ਸਾਡਾ ਲਾਇਸੈਂਸ ਬਣ ਗਿਆ। ਪਰ ਅਸੀਂ ਲਰਨਿੰਗ ਲਾਇਸੈਂਸ ਦੇ ਜਿਹੜੀ ਥੱਲੇ ਵਾਰਨਿੰਗਸ ਨਹੀਂ ਪੜ੍ਹੀਆਂ ਹੁੰਦੀਆਂ ਕਿ ਥੱਲੇ ਲਰਨਿੰਗ ਲਾਇਸੈਂਸ ਦੇ ਵਿੱਚ ਥੱਲੇ ਵਾਰਨਿੰਗਸ ਕੀ ਲਿਖੀਆਂ ਹੁੰਦੀਆਂ ਨੇ। ਉਹ ਵਾਰਨਿੰਗਸ ਇਹ ਲਿਖੀਆਂ ਹੁੰਦੀਆਂ ਨੇ, ਸੈਂਟਰ ਮੋਟਰ ਵਹੀਕਲ ਰੋਡ 9089 which prohibits him from driving any motor vehicle unless he has beside him a person duly licensed to drive the vehicle, and in every case the vehicle carries L plate both in the front in the rear of the vehicle। ਕਿ ਜੇ ਮੈਂ ਮੰਨ ਲਓ ਮੇਰਾ ਕਾਰ ਦਾ ਲਰਨਿੰਗ ਲਾਇਸੈਂਸ ਬਣਿਆ ਤੇ ਜੇ ਮੈਂ ਕਾਰ ਚਲਾ ਰਿਹਾ ਤੇ ਮੇਰੀ ਕਾਰ ਦੇ ਅੱਗੇ ਰੈੱਡ ਕਲਰ ਦੇ ਵਿੱਚ L ਅੱਗੇ ਤੇ ਰੈੱਡ ਕਲਰ ਦੇ ਵਿੱਚ L ਪਿੱਛੇ ਲਿਖਿਆ ਹੋਣਾ ਉਹ ਬੇਹੱਦ ਜ਼ਰੂਰੀ ਹੈ। ਇਹ ਸੈਂਟਰਲ ਮੋਟਰ ਵਹੀਕਲ ਐਕਟ ਜਿਹੜਾ ਹੈਗਾ ਰੂਲ 89 ਕਹਿੰਦਾ ਹੈ। ਫਿਰ ਮੈਂ ਉਸ ਵਹੀਕਲ ਨੂੰ ਇਕੱਲਾ ਨਹੀਂ ਚਲਾ ਸਕਦਾ। ਸਾਡੇ ਐਕਟ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੀ ਹੈਜ਼ ਬਿਸਾਈਡ ਹਿਮ ਏ ਪਰਸਨ ਡਿਊਲੀ ਲਾਇਸੈਂਸਡ ਟੂ ਡਰਾਈਵ ਦਾ ਵਹੀਕਲ ਐਂਡ ਇਨ ਐਵਰੀ ਕੇਸ। ਜੇ ਮੈਂ ਕਾਰ ਚਲਾ ਰਿਹਾ ਤਾਂ ਮੇਰੇ ਕਾਰ ਦੀ ਨਾਲ ਵਾਲੀ ਸੀਟ ਦੇ ਵਿੱਚ ਉਹ ਬੰਦਾ ਬੈਠਾ ਹੋਣਾ ਚਾਹੀਦਾ ਹੈ ਜਿਹਦਾ ਕਾਰ ਦਾ ਪਰਮਾਨੈਂਟ ਲਾਇਸੈਂਸ ਬਣਿਆ ਹੋਇਆ। ਹਰ ਸਮੇਂ ਜਦੋਂ ਵੀ ਮੈਂ ਵਹੀਕਲ ਡਰਾਈਵ ਕਰ ਰਿਹਾ, ਮੈਂ ਲਰਨਿੰਗ ਲਾਇਸੈਂਸ 'ਤੇ ਕਦੇ ਵੀ ਵਹੀਕਲ ਇਕੱਲਾ ਡਰਾਈਵ ਨਹੀਂ ਕਰ ਸਕਦਾ। ਅਗਰ ਮੈਂ ਇਕੱਲਾ ਲਰਨਿੰਗ ਲਾਇਸੈਂਸ 'ਤੇ ਵਹੀਕਲ ਡਰਾਈਵ ਕਰ ਰਿਹਾ ਅਤੇ ਇਕੱਲੇ ਡਰਾਈਵਿੰਗ ਲਾਇਸੈਂਸ 'ਤੇ ਮੈਂ ਪਕੜਿਆ ਜਾਂਦਾ ਤਾਂ 5000 ਰੁਪਏ ਦਾ ਜਿਹੜਾ ਹੈਗਾ ਉਹ ਚਲਾਨ ਹੁੰਦਾ ਲਰਨਿੰਗ ਲਾਇਸੈਂਸ 'ਤੇ ਡਰਾਈਵਿੰਗ ਕਰਦੇ ਪਕੜਿਆ ਜਾਂਦਾ। ਤਾਂ ਅਗਰ ਖੁਦਾ ਨਾ ਖਾਸਤਾ ਰੋਡ 'ਤੇ ਚੱਲਦੇ ਐਕਸੀਡੈਂਟ ਹੋ ਜਾਂਦਾ ਹੈ ਅਤੇ ਅਗਰ ਉਹ ਐਕਸੀਡੈਂਟ ਦੇ ਵਿੱਚ ਉਹ ਵਹੀਕਲ ਮੈਂ ਲਰਨਿੰਗ ਲਾਇਸੈਂਸ 'ਤੇ ਇਕੱਲਾ ਚਲਾ ਰਿਹਾ ਤਾਂ ਬਹੁਤ ਵੱਡੀ ਅਸੀਂ ਜਿਹੜੀ ਹੈਗੀ ਹੈ ਉਹ RC ਓਨਰ ਜੇ ਮੇਰਾ ਫਾਦਰ ਹੈ ਤਾਂ ਬਹੁਤ ਵੱਡੀ ਮੁਸੀਬਤ ਦੇ ਵਿੱਚ ਜਿਹੜਾ ਹੈਗਾ ਉਹ ਫਸ ਸਕਦੇ ਆ। ਉਹਦੇ ਵਿੱਚ ਬੀਮਾ ਕੰਪਨੀ ਵੀ ਜਿਹੜੀ ਹੈਗੀ ਉਹ ਕਲੇਮ ਨਹੀਂ ਦੇਊਗੀ ਅਗਰ ਕਲੇਮ ਪੈ ਗਿਆ ਤਾਂ। ਸਾਡੇ ਅਕਸਰ ਹੀ ਨੌਜਵਾਨ ਇਹ ਬਹੁਤ ਵੱਡੀ ਭਾਰੀ ਮਿਸਟੇਕ ਕਰਦੇ ਆ ਕਿ ਜਦੋਂ ਵੀ ਉਹਨਾਂ ਦਾ ਲਰਨਿੰਗ ਲਾਇਸੈਂਸ ਬਣ ਜਾਂਦਾ ਹੈ, ਕਿਰਪਾ ਕਰਕੇ ਜਿਹੜੀਆਂ ਮੈਂ ਗੱਲਾਂ ਤੁਹਾਨੂੰ ਹਦਾਇਤਾਂ ਦੱਸੀਆਂ ਨੇ, ਕਦੇ ਵੀ ਲਰਨਿੰਗ ਲਾਇਸੈਂਸ ਦੇ ਉੱਪਰ ਤੁਸੀਂ ਆਪਣਾ ਵਹੀਕਲ ਇਕੱਲਿਆਂ ਮਨ ਮਰਜ਼ੀ ਨਾਲ ਕਦੇ ਵੀ ਨਾ ਚਲਾਓ। ਤੁਹਾਡੇ ਨਾਲ ਵਾਲੀ ਸੀਟ ਦੇ ਵਿੱਚ ਹਰ ਸਮੇਂ ਉਹ ਬੰਦਾ ਬੈਠਾ ਹੋਣਾ ਚਾਹੀਦਾ ਹੈ ਜਿਹਦਾ ਪਰਮਾਨੈਂਟ ਜਿਹੜਾ ਹੈਗਾ ਉਹ ਲਾਇਸੈਂਸ ਬਣਿਆ ਹੋਏ। ਚਲੋ ਗੱਲ ਕਰਦੇ ਹਾਂ ਹੈਵੀ ਲਾਇਸੈਂਸ ਬਣਾਉਣ ਦੀ। ਹੁਣ ਜਦੋਂ ਤੁਸੀਂ ਮੋਟਰਸਾਈਕਲ ਕਾਰ ਦਾ ਲਰਨਿੰਗ ਲਾਇਸੈਂਸ ਬਣਾਉਂਦੇ ਹੋ, ਜਦੋਂ ਆਫਟਰ 45 ਡੇਜ਼ ਬਾਅਦ ਜਦੋਂ ਤੁਸੀਂ ਪੱਕਾ ਲਾਇਸੈਂਸ ਬਣਾਉਂਦੇ ਹੋ ਤਾਂ ਇੱਕ ਟਰੈਕ ਦੇ ਵਿੱਚ ਜਿਹੜਾ ਹੈਗਾ ਤੁਹਾਡਾ ਜਿਹੜਾ ਹੈਗਾ ਉਹ ਟੈਸਟ ਹੁੰਦਾ ਹੈ। ਉਹ ਟੈਸਟ ਪਾਸ ਕਰਨਾ ਪੈਂਦਾ ਹੈ ਤਾਂ ਤੁਹਾਡਾ ਜਿਹੜਾ ਹੈਗਾ ਉਹ ਆਪਣੇ ਪਰਮਾਨੈਂਟ ਕਾਰ ਦਾ ਲਾਇਸੈਂਸ ਬਣ ਜਾਂਦਾ ਹੈ ਜਿਹੜਾ 20 ਸਾਲ ਲਈ ਬਣਦਾ ਹੈ। ਜਦੋਂ ਤੁਹਾਡਾ ਉਹ ਲਾਇਸੈਂਸ ਬਣ ਗਿਆ ਤੁਸੀਂ ਫਿਰ ਕਿਤੇ ਵੀ ਇਕੱਲੇ ਆਪ ਵਹੀਕਲ ਡਰਾਈਵ ਜਿਹੜਾ ਹੈਗਾ ਉਹ ਕਰ ਸਕਦੇ ਹੋ। ਹੁਣ ਗੱਲ ਕਰਦੇ ਹਾਂ ਹੈਵੀ ਲਾਇਸੈਂਸ ਦੀ। ਹੁਣ ਜਦੋਂ ਤੁਸੀਂ ਹੈਵੀ ਲਾਇਸੈਂਸ ਵੀ ਅਪਲਾਈ ਕਰਨਾ ਹੈ ਤਾਂ ਹੈਵੀ ਲਾਇਸੈਂਸ ਅਪਲਾਈ ਕਰਨ ਲਈ ਵੀ ਪਹਿਲਾਂ ਤੁਹਾਨੂੰ ਲਰਨਿੰਗ ਲਾਇਸੈਂਸ ਅਪਲਾਈ ਕਰਨਾ ਪਊਗਾ। ਲਰਨਿੰਗ ਲਾਇਸੈਂਸ ਅਪਲਾਈ ਕਰਨ ਤੋਂ ਬਾਅਦ ਜਦੋਂ ਤੁਸੀਂ ਪਰਮਾਨੈਂਟ ਲਾਇਸੈਂਸ ਅਪਲਾਈ ਕਰਨਾ ਹੈ ਤਾਂ ਤੁਹਾਨੂੰ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ ਸਰਕਾਰ ਦੀਆਂ। ਪਹਿਲੀ ਸ਼ਰਤ ਇਹ ਹੈ ਕਿ ਤੁਹਾਨੂੰ 2 ਦਿਨਾਂ ਦਾ ਰਿਫਰੈਸ਼ ਟ੍ਰੇਨਿੰਗ ਕੋਰਸ ਕਰਨਾ ਪਊਗਾ। ਕਿਸੇ ਨੇ ਵੀ ਹੈਵੀ ਲਾਇਸੈਂਸ ਰੀਨਿਊ ਵੀ ਕਰਾਉਣਾ ਹੈ, ਜਿਹਦਾ ਲਾਇਸੈਂਸ ਹੈਵੀ ਰੀਨਿਊ ਬਣਿਆ ਵੀ ਹੋਇਆ ਹੈ ਜਾਂ ਪਹਿਲੀ ਵਾਰ ਬਣਾ ਰਿਹਾ ਹੈ, ਦੋਨਾਂ ਲਈ ਹੀ ਪੰਜਾਬ ਸਰਕਾਰ ਦਾ ਜਿਹੜਾ 2 ਡੇਜ਼ ਦਾ ਰਿਫਰੈਸ਼ ਟ੍ਰੇਨਿੰਗ ਕੋਰਸ ਉਹ ਕਰਨਾ ਪਊਗਾ। ਉਹ ਸਟੇਟ ਇੰਸਟੀਚਿਊਟ ਆਫ ਆਟੋਮੋਟਿਵ ਐਂਡ ਡਰਾਈਵਿੰਗ ਸਕਿੱਲਸ ਮਾਹੂਆਣਾ ਵਿਖੇ ਅਤੇ ਸੈਕਿੰਡ ਜਿਹੜਾ ਹੁਸ਼ਿਆਰਪੁਰ ਜਿਹੜਾ ਹੈਗਾ ਉਹ ਡਰਾਈਵਿੰਗ ਸਕੂਲ 'ਤੇ ਜਿਹੜਾ ਹੈਗਾ ਚੱਲ ਰਿਹਾ। ਤੁਸੀਂ ਕਿਤੋਂ ਵੀ ਕਰ ਸਕਦੇ ਹੋ ਦੋਨਾਂ ਡਰਾਈਵਿੰਗ ਇੰਸਟੀਚਿਊਟਾਂ ਵਿੱਚੋਂ। ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ 2 ਦਿਨਾਂ ਦਾ ਤੁਹਾਨੂੰ ਟ੍ਰੇਨਿੰਗ ਸਰਟੀਫਿਕੇਟ ਮਿਲੂਗਾ। ਉਸ ਤੋਂ ਬਾਅਦ ਤੁਹਾਨੂੰ ਇੱਕ ਰੈੱਡ ਕਰਾਸ ਦਾ ਸਰਟੀਫਿਕੇਟ ਲੈਣਾ ਪਊਗਾ। ਹਰ ਜ਼ਿਲ੍ਹੇ ਦੇ ਵਿੱਚ ਇੱਕ ਰੈੱਡ ਕਰਾਸ ਦੀ ਸੰਸਥਾ ਹੁੰਦੀ ਹੈ। ਉਹ ਰੈੱਡ ਕਰਾਸ ਦੀ ਸੰਸਥਾ ਦੇ ਵਿੱਚੋਂ ਤੁਹਾਨੂੰ ਨਾਮ ਲਿਖਾਉਣਾ ਪੈਣਾ ਹੈ ਅਤੇ ਜਿਹੜੀ ਹੈਗੀ ਉਹਨਾਂ ਦੀ ਹਫ਼ਤੇ 10 ਦਿਨ ਦੀ ਜੋ ਜਿੰਨੀ ਵੀ ਕਲਾਸ ਹੈ ਉਹ ਤੁਹਾਨੂੰ ਰੈੱਡ ਕਰਾਸ ਦੇ ਵਿੱਚੋਂ ਲਗਾਉਣੀ ਪੈਣੀ ਹੈ ਅਤੇ ਰੈੱਡ ਕਰਾਸ ਵੀ ਤੁਹਾਨੂੰ ਇੱਕ ਸਰਟੀਫਿਕੇਟ ਦੇਊਗੀ। ਉਸ ਤੋਂ ਬਾਅਦ ਤੀਸਰਾ ਡਾਕੂਮੈਂਟ ਹੈ ਤੁਹਾਨੂੰ 30 ਡੇਜ਼ ਦਾ ਕਿਸੇ ਡਰਾਈਵਿੰਗ ਸਕੂਲ ਦਾ ਟ੍ਰੇਨਿੰਗ ਸਰਟੀਫਿਕੇਟ ਲਾਉਣਾ ਪੈਣਾ। ਕੋਈ ਵੀ ਮਾਨਤਾ ਪ੍ਰਾਪਤ ਡਰਾਈਵਿੰਗ ਸਕੂਲ ਦਾ 30 ਡੇਜ਼ ਦਾ ਡਰਾਈਵਿੰਗ ਸਕੂਲ ਦਾ ਸਰਟੀਫਿਕੇਟ ਲਾਉਣਾ ਪੈਣਾ ਹੈ। ਲਰਨਿੰਗ ਲਾਇਸੈਂਸ ਦਾ ਮਤਲਬ ਕੀ ਹੈ? ਉਹ ਸਾਨੂੰ ਲਰਨਰ ਮਤਲਬ ਕਿ ਸਿੱਖਣ ਦੇ ਲਈ ਮਿਲਿਆ ਹੈ।
ਉਹ ਸਾਨੂੰ ਤਾਂ ਮਿਲਿਆ ਕਿ ਸਰਕਾਰ ਕਹਿੰਦੀ ਕਿ ਤੁਸੀਂ ਇਸ ਲਾਇਸੈਂਸ ਦੇ ਉੱਪਰ ਕਿਸੇ ਮਾਨਤਾ ਪ੍ਰਾਪਤ ਡਰਾਈਵਿੰਗ ਸਕੂਲ ਤੋਂ 30 ਦਿਨਾਂ ਦੀ ਘੱਟੋ ਘੱਟ 30 ਦਿਨਾਂ ਦੀ ਜਿਹੜੀ ਹੈਗੀ ਉਹ ਮਾਨਤਾ ਪ੍ਰਾਪਤ ਡਰਾਈਵਿੰਗ ਸਕੂਲ ਤੋਂ 30 ਦਿਨਾਂ ਦੀ ਟ੍ਰੇਨਿੰਗ ਲਓ ਤੇ 30 ਦਿਨਾਂ ਦਾ ਜਿਹੜਾ ਹੈਗਾ ਉਹ ਟ੍ਰੇਨਿੰਗ ਸਰਟੀਫਿਕੇਟ ਜਿਹੜਾ ਲਾ ਕੇ ਲਾਓ ਤੇ ਜਿਹੜਾ ਹੈਗਾ ਤੁਹਾਡਾ ਲਾਇਸੈਂਸ ਜਿਹੜਾ ਹੈਗਾ ਉਹ ਪਰਮਾਨੈਂਟਲੀ ਤੁਸੀਂ ਤਾਂ ਹੀ ਅਪਲਾਈ ਕਰ ਸਕਦੇ ਹੋ। 3 ਡਾਕੂਮੈਂਟ ਇਹ ਹੋ ਗਿਆ। ਚੌਥਾ ਹੋ ਗਿਆ ਜੀ ਮੈਡੀਕਲ। ਪੰਜਵਾਂ ਹੋ ਗਿਆ ਸਵੈ ਘੋਸ਼ਣਾ ਪੱਤਰ। ਛੇਵਾਂ ਲੱਗੂਗਾ ਜੀ ਲਰਨਿੰਗ ਲਾਇਸੈਂਸ। ਸੱਤਵਾਂ ਲੱਗੂਗਾ ਜੀ ਸਾਡਾ ਜਿਹੜਾ ਹੈਗਾ ਆਧਾਰ ਕਾਰਡ। ਇਹ ਸਾਰੇ ਡਾਕੂਮੈਂਟ ਸਾਰਥੀ ਪਰਿਵਾਹਨ ਸੇਵਾ ਐਪ ਤੋਂ ਹੀ ਆਨਲਾਈਨ ਹੀ ਜਿਹੜੇ ਹੈਗੇ ਆ ਉਹ ਅਪਡੇਟ ਕਰਨੇ ਪੈਣਗੇ, ਅਪਲੋਡ ਕਰਨੇ ਪੈਣਗੇ। ਹੁਣ ਤੁਸੀਂ ਆਪਣਾ ਲਾਇਸੈਂਸ ਭਾਵੇਂ ਘਰੇ ਬੈਠਿਆਂ ਵੀ ਬਣਾ ਸਕਦੇ ਹੋ ਸਾਰਥੀ ਪਰਿਵਾਹਨ ਸੇਵਾ ਐਪ ਜਾਂ ਸਾਰਥੀ ਪਰਿਵਾਹਨ ਐਪ ਤੋਂ। ਕੋਈ ਵੀ ਬੰਦਾ ਆਪਣਾ ਲਾਇਸੈਂਸ ਚਾਹੇ ਘਰੇ ਬੈਠਿਆਂ ਵੀ ਅਪਲਾਈ ਕਰ ਸਕਦਾ ਸਾਰਥੀ ਪਰਿਵਾਹਨ ਐਪ ਤੋਂ। ਇਹ ਜਿੰਨੇ ਵੀ ਮੈਂ ਤੁਹਾਨੂੰ ਡਾਕੂਮੈਂਟ ਦੱਸੇ ਨੇ ਇਹ ਡਾਕੂਮੈਂਟ ਆਨਲਾਈਨ ਹੀ ਜਿਹੜੇ ਹੈਗੇ ਨੇ ਉਹ ਅਪਲੋਡ ਕਰਨੇ ਪੈਣੇ ਆ। ਅਪਲੋਡ ਕਰਨ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਆਪਣੇ ਆਰਟੀਓ ਦਫ਼ਤਰ ਦੇ ਵਿੱਚ ਜਿਹੜੇ ਹੈਗੇ ਉਹ ਫੋਟੋ ਕਰਾਉਣ ਲਈ ਜਾਓਗੇ ਤਾਂ ਜਿਹੜਾ ਹੈਗਾ ਤੁਹਾਡਾ ਲਾਇਸੈਂਸ ਵੈਰੀਫਾਈਡ ਹੋ ਜਾਊਗਾ। ਲਾਇਸੈਂਸ ਵੈਰੀਫਾਈਡ ਹੋਣ ਤੋਂ ਬਾਅਦ ਜਿਹੜਾ ਹੈਗਾ ਇਹ ਹੁਣ ਅੱਗੇ ਹੈਵੀ ਲਾਇਸੈਂਸ 3 ਸਾਲਾਂ ਲਈ ਬਣਦਾ ਸੀਗਾ ਪਰ ਹੁਣ ਹੈਵੀ ਲਾਇਸੈਂਸ ਹੈ ਜਿਹੜਾ ਉਹ ਪੂਰੇ 5 ਸਾਲਾਂ ਲਈ ਬਣਦਾ ਹੈ। ਇਹਦੀ ਵੀ ਮਿਆਦ ਜਿਹੜੀ ਹੈਗੀ ਹੈ 3 ਸਾਲਾਂ ਤੋਂ ਵਧਾ ਕੇ 2 ਸਾਲ ਹੋਰ ਵਧਾ ਕੇ ਇਹਨੂੰ ਵੀ ਪੂਰੇ 5 ਸਾਲ ਲਈ ਜਿਹੜਾ ਹੈਗਾ ਉਹ ਵੈਲਿਡ ਕਰ ਦਿੱਤਾ ਗਿਆ। ਹੁਣ ਸਾਨੂੰ 5 ਸਾਲਾਂ ਬਾਅਦ ਹੀ ਜਿਹੜਾ ਹੈਗਾ ਹੈਵੀ ਲਾਇਸੈਂਸ ਉਹ ਰੀਨਿਊ ਕਰਾਉਣਾ ਪਿਆ ਕਰੂਗਾ। ਅੱਗੇ 3 ਸਾਲਾਂ ਬਾਅਦ ਕਰਾਉਣਾ ਪੈਂਦਾ ਸੀ ਤੇ ਹੁਣ ਜਿਹੜਾ ਲਾਇਸੈਂਸ ਹੈ ਸਾਨੂੰ ਜਾ ਕੇ ਲਿਆਉਣ ਦੀ ਲੋੜ ਨਹੀਂ ਹੁੰਦੀ। ਇਹ ਸਾਰਾ ਕੁਝ ਲਾਇਸੈਂਸ ਸਾਡਾ ਬਾਏ ਡਾਕ ਹੀ ਸਾਡੇ ਜਿਹੜਾ ਹੈਗਾ ਉਹ ਘਰ ਦੇ ਵਿੱਚ ਜਿਹੜਾ ਹੈਗਾ ਉਹ ਡਾਕ ਦੇ ਰਸਤੇ 1 ਹਫ਼ਤੇ ਦੇ ਅੰਦਰ ਅੰਦਰ ਸਾਡਾ ਘਰ ਆ ਜਾਂਦਾ ਸਾਡਾ। ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਸਾਡੇ ਨੌਜਵਾਨ ਜਿਹੜੇ ਨੇ ਉਹ ਬਾਹਰ ਬਹੁਤ ਜ਼ਿਆਦਾ ਜਾਣ ਦੇ ਵਿੱਚ ਦਿਲਚਸਪੀ ਰੱਖ ਰਹੇ ਨੇ ਔਰ ਜਾ ਵੀ ਰਹੇ ਨੇ ਔਰ ਉੱਥੇ ਜਾ ਕੇ ਜਿਹੜਾ ਉਹ ਬਹੁਤ ਡਰਾਈਵਿੰਗ ਕਿੱਤੇ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ। ਚਲੋ ਡਰਾਈਵਿੰਗ ਕਿੱਤਾ ਨਾ ਵੀ ਕਰਨ ਪਰ ਉੱਥੇ ਉਹਨਾਂ ਨੂੰ ਜਿਹੜਾ ਇੱਕ ਨਾ ਜਾਣ ਆਉਣ ਵਾਸਤੇ ਜਿਹੜਾ ਉਹ ਡਰਾਈਵ ਕਰਨਾ ਪੈਂਦਾ ਤੇ ਉਹਦੇ ਲਈ ਮੈਂ ਇਹ ਪੁੱਛਣਾ ਚਾਹੁੰਦਾ ਵੀ ਜਿਹੜਾ ਇੰਟਰਨੈਸ਼ਨਲ ਲਾਇਸੈਂਸ ਹੁੰਦਾ ਜੀ ਜੀ ਉਹ ਕਿਵੇਂ ਬਣਦਾ ਹੈ ਤੇ ਉਹ ਕਿੰਨੇ ਚਿਰ ਲਈ ਵੈਲਿਡ ਹੁੰਦਾ ਤੇ ਉਹ ਕਿੱਥੋਂ ਬਣਦਾ ਇਸ ਬਾਰੇ ਪੂਰੀ ਜਾਣਕਾਰੀ ਦਿਓ। ਇੰਟਰਨੈਸ਼ਨਲ ਡਰਾਈਵਿੰਗ ਲਾਇਸੈਂਸ ਤੁਸੀਂ ਚਾਹੇ LMV ਜਿਹੜਾ ਜੇ ਤੁਹਾਡਾ ਹੈਵੀ ਲਾਇਸੈਂਸ ਨਹੀਂ ਬਣਿਆ ਹੋਇਆ ਤੇ ਤੁਸੀਂ LMV ਲਾਇਸੈਂਸ ਨੂੰ ਹੀ ਇੰਟਰਨੈਸ਼ਨਲ ਲਾਇਸੈਂਸ ਕਰਵਾ ਸਕਦੇ ਹੋ। ਅਗਰ ਤੁਹਾਡਾ ਹੈਵੀ ਲਾਇਸੈਂਸ ਬਣਿਆ ਹੋਇਆ ਤਾਂ ਤੁਸੀਂ ਆਪਣੇ ਹੈਵੀ ਲਾਇਸੈਂਸ ਨੂੰ ਵੀ ਜਿਹੜਾ ਹੈਗਾ ਉਹ ਇੰਟਰਨੈਸ਼ਨਲ ਲਾਇਸੈਂਸ ਕਰਾ ਸਕਦੇ ਹੋ। ਪਰ ਉਹਦੀ ਜਿਹੜੀ ਹੈਗੀ ਸ਼ਰਤ ਕੀ ਹੁੰਦੀ ਹੈ ਇੰਟਰਨੈਸ਼ਨਲ ਡਰਾਈਵਿੰਗ ਲਾਇਸੈਂਸ ਬਣਾਉਣ ਦੀ, ਉਹਦਾ ਜਿਹੜਾ ਹੈਗਾ ਵੀਜ਼ਾ ਤੇ ਟਿਕਟ ਜਿਹੜਾ ਹੈਗਾ ਉਹ ਪ੍ਰੂਫ ਦੇ ਤੌਰ ਤੇ ਜਿਹੜਾ ਹੈਗਾ ਉਹ ਨਾਲ ਲਾਉਣਾ ਪੈਂਦਾ। ਵੀਜ਼ਾ ਤੇ ਟਿਕਟ ਤੇ ਉਹ ਵੀ ਸਾਡੇ ਸੰਬੰਧਿਤ RTO ਤੋਂ ਹੀ ਜਿਹੜਾ ਹੈਗਾ ਉਹ ਬਣਦਾ ਤੇ ਜਿਹੜਾ 1 ਸਾਲ ਲਈ ਜਿਹੜਾ ਹੈਗਾ ਉਹ ਫੋਰਨ ਦੇ ਵਿੱਚ ਜਿਹੜਾ ਹੈਗਾ ਉਹ ਵੈਲਿਡ ਹੁੰਦਾ। ਟਿਕਟ ਮੇਨ ਚੀਜ਼ ਇਹਦੇ ਲਈ ਹੈਗੀ ਆ ਵੀਜ਼ਾ ਤੇ ਟਿਕਟ। ਵੀਜ਼ਾ ਤੇ ਟਿਕਟ ਦੇ ਆਧਾਰ ਤੇ ਹੀ ਸਾਡਾ ਇੰਟਰਨੈਸ਼ਨਲ ਜਿਹੜਾ ਹੈਗਾ ਡਰਾਈਵਿੰਗ ਲਾਇਸੈਂਸ ਉਹ ਸਾਡੇ ਸੰਬੰਧਿਤ ਜਿਹੜੇ ਸਾਨੂੰ ਜ਼ਿਲ੍ਹੇ ਦਾ ਸੰਬੰਧਿਤ RTO ਜਿਹੜਾ ਪੈਂਦਾ ਉੱਥੋਂ ਹੀ ਸੰਬੰਧਿਤ RTO ਤੋਂ ਹੀ ਬਣੇਗਾ ਤੇ ਜਿਹੜਾ ਫੋਰਨ ਦੇ ਵਿੱਚ ਜਿਹੜਾ ਪੂਰੇ 1 ਸਾਲ ਲਈ ਜਿਹੜਾ ਵੈਲਿਡ ਹੁੰਦਾ ਹੈ। ਮੰਨ ਲਓ ਵੀ ਜੇਕਰ ਕਿਸੇ ਨੂੰ ਵੀਜ਼ਾ ਉੱਥੇ 5 ਸਾਲ ਦਾ ਮਿਲਿਆ ਤਾਂ ਇੱਧਰੋਂ 1 ਸਾਲ ਦਾ ਵੈਲਿਡ ਹੋਊਗਾ ਉਹ ਫਿਰ 4 ਸਾਲ ਉੱਧਰ ਉਹਨੂੰ ਜਾ ਕੇ ਰੀਨਿਊ ਹੁੰਦਾ ਜਾਂ ਉਹਨੂੰ ਕਿਵੇਂ ਅਪਲਾਈ ਕਰਨਾ ਪੈਂਦਾ ਉੱਧਰ ਜਾ ਕੇ? ਉਹ ਫਿਰ ਉੱਥੇ ਜਾ ਕੇ ਆਪਣਾ ਦੇਖੋ ਮੰਨ ਲਓ ਇੱਥੋਂ ਲੈ ਜਾਂਦੇ ਆ ਲਾਇਸੈਂਸ ਹੀ ਫਿਰ ਉੱਥੇ ਆਪਣਾ ਜਿਹੜਾ ਹੈਗਾ ਉਧਰਲੇ ਦੇਸ਼ ਦਾ ਆਪਣੇ ਲਾਇਸੈਂਸ ਦੀ ਜਿਹੜੀ ਹੈਗੀ ਉਹ ਕਲਾਸਿਸ ਲੈ ਲੈਂਦੇ ਆ ਤੇ ਉੱਥੋਂ ਦੀਆਂ ਕਲਾਸਿਸ ਲੈ ਕੇ ਆਪਦੀ ਉੱਥੋਂ ਦੇ ਲਾਇਸੈਂਸ ਦੀ ਫੀਸ ਭਰ ਕੇ ਤਾਂ ਫਿਰ ਉੱਥੋਂ ਦਾ ਹੀ ਜਿਹੜਾ ਹੈਗਾ ਆਪਣਾ ਲਾਇਸੈਂਸ ਜਿਹੜਾ ਹੈਗਾ ਉਹ ਬਣਵਾ ਲੈਂਦੇ ਆ ਜੀ। ਇਹ ਨਹੀਂ ਹੁੰਦਾ ਕਿ ਆਪਣਾ ਇੰਡੀਆ ਦਾ ਡਰਾਈਵਿੰਗ ਲਾਇਸੈਂਸ ਜਿਹੜਾ ਹੈਗਾ ਹੈਵੀ ਬਣ ਗਿਆ ਤਾਂ ਆਪਾਂ ਹਰ ਇੱਕ ਤਰ੍ਹਾਂ ਦਾ ਹੀ ਜਿਹੜਾ ਵਹੀਕਲ ਉਹ ਚਲਾ ਸਕਦੇ ਆ। ਇੱਦਾਂ ਨਹੀਂ ਹੁੰਦਾ। ਹਰ ਦੇਸ਼ ਦਾ ਆਪਣਾ ਜਿਹੜਾ ਹੈਗਾ ਉਹ ਜਨਾਬ ਜੀ ਰੂਲ ਹੁੰਦਾ। ਉਹ ਇਹ ਹੁੰਦਾ ਕਿ ਜੇ ਮੰਨ ਲਓ ਸਾਡੇ ਇੰਡੀਆ ਦਾ ਹੈਵੀ ਲਾਇਸੈਂਸ ਬਣਿਆ ਹੋਵੇ ਕੀ ਹੁੰਦਾ ਕਿ ਅਰਬ ਕੰਟਰੀਆਂ ਦੇ ਵਿੱਚ ਆਮ ਜਿਹੜੀ ਕਲਾਸਿਸ ਦਾ ਜਿਹੜਾ ਟਾਈਮ ਹੈ ਉਹ 45 ਡੇਜ਼ ਜਾਂ 40 ਡੇਜ਼ ਦਾ ਹੈ। ਅਗਰ ਉਹ ਇੰਡੀਆ ਦਾ ਹੈਵੀ ਲਾਇਸੈਂਸ ਬਣਿਆ ਹੋਏ ਤਾਂ ਉਹੀ ਟ੍ਰੇਨਿੰਗ ਉਹ 20 ਦਿਨ ਦੀ ਕਰ ਦਿੰਦੇ ਆ, ਯਾਨੀ ਕਿ 20 ਦਿਨ ਦੀ ਕਟੌਤੀ ਹੋ ਜਾਂਦੀ ਹੈ ਹੈਵੀ ਲਾਇਸੈਂਸ ਦੇ ਸਿਰ ਤੇ।
ਤੇ ਕਈ ਦੇਸ਼ਾਂ ਦੇ ਵਿੱਚ ਇਹ ਰੂਲ ਹੈ ਕਿ ਜੇ ਆਪਣੇ ਇੰਡੀਆ ਦਾ ਹੈਵੀ ਲਾਇਸੈਂਸ ਬਣਿਆ ਹੋਵੇ ਤਾਂ ਅਸੀਂ ਸਿੱਧਾ ਜਾ ਕੇ ਹੀ ਉਹ ਦੇਸ਼ ਦੀ ਹੈਵੀ ਲਾਇਸੈਂਸ ਦੀ ਹੀ ਫੀਸ ਭਰ ਕੇ ਤਾਂ ਅਸੀਂ ਉੱਥੋਂ ਦੇ ਹੀ ਹੈਵੀ ਲਾਇਸੈਂਸ ਦੀ ਜਿਹੜੀ ਵੀ ਵਹੀਕਲ ਦੀ ਸਿੱਧੀ ਟਰਾਈ ਦੇ ਸਕਦੇ ਹਾਂ। ਅਗਰ ਜੇ ਸਾਡੇ ਇੰਡੀਆ ਦਾ ਹੈਵੀ ਲਾਇਸੈਂਸ ਨਹੀਂ ਬਣਿਆ ਹੋਇਆ ਤਾਂ ਉਹ ਪਹਿਲਾਂ ਉੱਥੇ ਜਾ ਕੇ ਫਿਰ ਸਟੈਪ ਬਾਏ ਸਟੈਪ, ਜਿਵੇਂ ਸਾਡਾ ਬੰਦਾ ਹੈ LMV ਫਿਰ ਹੈਵੀ ਬੰਦਾ ਹੈ, ਫਿਰ ਉਹਨਾਂ ਮੁਲਕਾਂ ਦੇ ਵਿੱਚ ਵੀ ਉੱਥੇ ਜਾ ਕੇ ਫਿਰ ਸਟਾਰਟਿੰਗ ਤੋਂ ਹੀ ਜਿਹੜਾ ਹੈਗਾ ਉਹ ਸ਼ੁਰੂ ਕਰਨਾ ਪੈਂਦਾ। ਕਿਸੇ ਨੇ ਵੀ ਵਿਦੇਸ਼ ਜਾਣਾ ਹੈ ਤਾਂ ਇੱਕ DL ਅਸਟ੍ਰੈਕਟ ਜਿਹੜਾ ਹੈਗਾ ਉਹ ਤੁਸੀਂ ਕਢਾ ਕੇ ਲੈ ਕੇ ਜਾਇਓ। ਉਹ 95 ਰੁਪਏ ਉਹਦੀ ਸਿਰਫ ਫੀਸ ਹੁੰਦੀ ਹੈ। ਉਹ DL ਅਸਟ੍ਰੈਕਟ ਕੀ ਹੈ, ਲਾਇਸੈਂਸ ਦੀ ਤੁਹਾਡੀ ਇੱਕ ਵੈਰੀਫਿਕੇਸ਼ਨ ਹੁੰਦੀ ਹੈ। ਉਹ ਆਨਲਾਈਨ ਹੀ ਸਾਰਥੀ ਪ੍ਰਵਾਨ ਤੋਂ ਨਿਕਲਦੀ ਹੈ। ਉਹ ਤੁਹਾਡੇ ਜਦੋਂ ਤੋਂ ਤੁਹਾਡਾ ਲਾਇਸੈਂਸ ਬਣਿਆ ਹੈ, ਕਿੰਨੀ ਵਾਰ ਰੀਨਿਊ ਹੋ ਚੁੱਕਿਆ ਹੈ, ਕਿਹੜਾ ਲਾਇਸੈਂਸ ਕਦੋਂ ਬਣਿਆ ਸੀ, ਕਿੰਨੀ ਵਾਰ ਰੀਨਿਊ ਹੋ ਚੁੱਕਿਆ, ਯਾਨੀ ਕਿ ਕੰਪਲੀਟ ਤੁਹਾਡੇ ਇੱਕ ਲਾਇਸੈਂਸ ਦੀ ਉਹ ਪੂਰੀ ਹਿਸਟਰੀ ਹੁੰਦੀ ਹੈ ਤੁਹਾਡੇ ਲਾਇਸੈਂਸ ਦੀ। ਉਹਦੇ ਉੱਪਰ RTO ਜਿਹੜਾ ਹੈਗਾ ਉਹ ਮੋਹਰ ਲਾ ਕੇ ਦਿੰਦਾ ਹੈ ਤੇ ਉਹਦੀ ਜਿਹੜੀ ਹੈਗੀ ਉਹ 95 ਰੁਪਏ ਜਿਹੜੀ ਹੈਗੀ ਆ ਉਹ ਸਾਰੀ ਫੀਸ ਹੁੰਦੀ ਹੈ। ਤਾਂ ਇੱਕ ਚੀਜ਼ ਹੋਰ ਕਿ ਆਪਣੇ ਜਿਹੜਾ ਵੀ ਤੁਹਾਡਾ ਜੇ ਅਗਰ LMV ਲਾਇਸੈਂਸ ਬਣਿਆ ਜਾਂ ਹੈਵੀ ਲਾਇਸੈਂਸ ਬਣਿਆ ਤਾਂ ਉਹ ਹੈਵੀ ਲਾਇਸੈਂਸ ਦੇ ਉੱਪਰ ਕਿੰਨੇ ਲੋਡ ਤੱਕ ਦੇ ਤੁਸੀਂ ਵਹੀਕਲ ਚਲਾ ਸਕਦੇ ਹੋ ਉਹ ਵੀ ਤੁਸੀਂ ਆਪਣਾ ਲਿਖਵਾ ਕੇ ਲੈ ਕੇ ਜਾਓ ਆਪਣੇ ਸੰਬੰਧਿਤ RTO ਤੋਂ। ਕਿਉਂਕਿ ਇਹ ਵੀ ਮੈਨੂੰ ਕਈ ਦੇਸ਼ਾਂ ਤੋਂ ਫੋਨ ਕਾਲਸ ਆਈਆਂ ਨੇ ਕਿ ਉਹ ਜੀ ਸਾਡੇ ਤੋਂ ਇਹ ਮੰਗ ਰਹੇ ਨੇ ਕਿ ਤੁਹਾਡਾ ਜੇ ਹੈਵੀ ਵਹੀਕਲ ਬਣਿਆ ਹੋਇਆ ਹੈ, ਦਾ ਲਾਇਸੈਂਸ ਬਣਿਆ ਹੋਇਆ ਕਿ ਤੁਸੀਂ ਕਿੰਨੇ ਟਨ ਤੱਕ ਦੇ ਜਿਹੜੇ ਹੈਗੇ ਵਹੀਕਲ ਚਲਾ ਸਕਦੇ ਹੋ, ਆਪਣੇ RTO ਤੋਂ ਲਿਖਾ ਕੇ ਦਿਓ। ਇਸ ਕਰਕੇ ਤੁਸੀਂ ਇੱਥੋਂ ਜਾਣ ਤੋਂ ਪਹਿਲਾਂ ਹੀ DL ਇੱਕ ਸਟ੍ਰੈਕਟ ਕਢਾ ਕੇ ਜਾਓ। ਤੇ ਦੂਸਰਾ ਆਪਣੇ ਜਿੰਨਾ ਵੀ ਤੁਹਾਡਾ ਹੈਵੀ ਲਾਇਸੈਂਸ ਬਣਿਆ ਤਾਂ ਉਹਦੇ ਤੇ ਕਿੰਨੇ ਟਨ ਤੱਕ ਦੇ ਤੁਸੀਂ ਵਹੀਕਲ ਚਲਾ ਸਕਦੇ ਹੋ ਉਹ ਵੀ ਆਪਣੇ RTO ਤੋਂ ਲਿਖਾ ਕੇ ਲੈ ਕੇ ਜਾਓ। ਜੇ ਤੁਹਾਡਾ LMV ਲਾਇਸੈਂਸ ਬਣਿਆ ਹੋਇਆ ਹੈ ਉਹਦੇ ਤੇ ਕਿੰਨੇ ਟਨ ਤੱਕ ਦੇ ਜਿਹੜੇ ਹੈਗੇ ਵਹੀਕਲ ਚਲਾ ਸਕਦੇ ਹੋ ਉਹ ਸਾਰਾ ਕੁਝ RTO ਤੋਂ ਜਿਹੜੀ ਹੈਗੀ ਹੈ ਉਹ ਲਿਖਵਾ ਕੇ ਲੈ ਕੇ ਜਾਓ, ਜਿਹੜਾ ਤੁਹਾਨੂੰ ਉੱਥੇ ਕਿਸੇ ਤਰ੍ਹਾਂ ਦੀ ਵੀ ਜਿਹੜੀ ਹੈਗੀ ਉਹ ਲਾਇਸੈਂਸ ਬਣਾਉਣ ਦੇ ਵਿੱਚ ਪਰੇਸ਼ਾਨੀ ਨਾ ਆਏ। ਹੁਣ ਅਸੀਂ ਗੱਲ ਕਰਾਂਗੇ ਕਿ ਜਿਹੜੇ ਟ੍ਰੈਫਿਕ ਰੂਲਾਂ ਦੀ ਪਾਲਣਾ ਨੂੰ ਲੈ ਕੇ ਟ੍ਰੈਫਿਕ ਰੂਲ ਬਹੁਤ ਸਾਰੇ ਨਵੇਂ ਆ ਗਏ ਨੇ ਜਿਨ੍ਹਾਂ ਬਾਰੇ ਅਸੀਂ ਜ਼ਿਆਦਾ ਅਵੇਅਰ ਨਹੀਂ ਗੇ ਔਰ ਉਹਨਾਂ ਨੂੰ ਲੈ ਕੇ ਜਿਹੜੇ ਆ ਜੁਰਮਾਨੇ ਵੀ ਕੀਤੇ ਜਾ ਰਹੇ ਨੇ ਤੇ ਅਕਸਰ ਚਲਾਨ ਵੀ ਹੋ ਰਹੇ ਨੇ। ਇਹਨਾਂ ਬਾਰੇ ਤੁਸੀਂ ਥੋੜ੍ਹਾ ਜਿਹਾ ਸਾਨੂੰ ਟ੍ਰੈਫਿਕ ਰੂਲ ਕਿਹੜੇ ਨਵੇਂ ਆਏ ਨੇ ਔਰ ਕਿਹੜੇ ਟ੍ਰੈਫਿਕ ਰੂਲ ਹੁੰਦੇ ਨੇ ਇਹਨਾਂ ਬਾਰੇ ਸਾਨੂੰ ਜ਼ਰੂਰ ਚਾਨਣਾ ਪਾਓ। ਬਿਲਕੁਲ ਜੀ, 1 ਸਤੰਬਰ 2019 ਦੇ ਵਿੱਚ ਜਿਹੜੇ ਹੈਗੇ ਸਭ ਤੋਂ ਪਹਿਲਾਂ ਤਾਂ ਜਿੰਨੀਆਂ ਵੀ ਸਾਡੀਆਂ ਜੁਰਮਾਨਾ ਰਾਸ਼ੀਆਂ ਹੈ ਉਹਨਾਂ ਦੇ ਵਿੱਚ ਸਿੱਧਾ 10 ਗੁਣਾ ਜਿਹੜਾ ਹੈਗਾ ਉਹ ਵਾਧਾ ਕੀਤਾ ਗਿਆ। ਜੁਰਮਾਨਾ ਰਾਸ਼ੀਆਂ ਕਿਹੜੀਆਂ, ਸਾਡੇ ਹੋਣ ਵਾਲੇ ਚਲਾਨ ਚਾਹੇ ਉਹ RC ਦਾ, ਡਰਾਈਵਿੰਗ ਲਾਇਸੈਂਸ ਦਾ, ਪੋਲਿਊਸ਼ਨ ਦਾ, ਇੰਸ਼ੋਰੈਂਸ ਦਾ, ਸੀਟ ਬੈਲਟ ਦਾ, ਹੈਡਲਾਈਟ ਰੈੱਡ ਲਾਈਟ ਜੰਪਿੰਗ ਦਾ, ਤਾਂ ਜਿੰਨੇ ਵੀ ਤਰ੍ਹਾਂ ਦੇ ਚਲਾਨ ਨੇ ਉਹ ਸਾਨੂੰ 10 ਗੁਣਾ ਵੱਧ ਕੇ ਲੱਗ ਕੇ ਮਿਲਣਗੇ। ਅੱਗੇ ਵਿਦਆਊਟ ਡਰਾਈਵਿੰਗ ਲਾਇਸੈਂਸ ਚਲਾਨ ਹੁੰਦਾ ਸੀਗਾ ਸਿਰਫ 500 ਰੁਪਏ ਦਾ 1 ਸਤੰਬਰ 2019 ਤੋਂ ਪਹਿਲਾਂ, ਪਰ ਹੁਣ ਵਿਦਆਊਟ ਡਰਾਈਵਿੰਗ ਲਾਇਸੈਂਸ ਚਲਾਨ ਹੈਗਾ ਜਨਾਬ ਜੀ ਪੂਰੇ 5000 ਰੁਪਏ ਦਾ। ਹੁਣ ਮੈਂ ਗੱਲ ਕਰਾਂ ਪੋਲਿਊਸ਼ਨ ਸਰਟੀਫਿਕੇਟ ਦੀ, ਜੇ ਮੋਟਰਸਾਈਕਲ ਦਾ ਪੋਲਿਊਸ਼ਨ ਸਰਟੀਫਿਕੇਟ ਬਣਾਉਣੇ ਆ ਤਾਂ ਰੁਪਈਏ ਲੱਗਦੇ ਆ 50, ਕਾਰ ਦਾ ਪੋਲਿਊਸ਼ਨ ਸਰਟੀਫਿਕੇਟ ਬਣਾਉਣੇ ਆ ਤਾਂ ਫੀਸ ਲੱਗਦੀ 80 ਰੁਪਏ, ਹੈਵੀ ਵਹੀਕਲ ਦਾ ਪੋਲਿਊਸ਼ਨ ਸਰਟੀਫਿਕੇਟ ਬਣਾਉਣੇ ਆ ਤਾਂ ਫੀਸ ਲੱਗਦੀ ਹੈ 100 ਰੁਪਏ। ਪਰ ਜਿਹੜਾ ਸੈਂਟਰਲ ਮੋਟਰ ਵਹੀਕਲ ਐਕਟ ਜਿਹੜਾ ਚਲਾਨ ਹੈ ਉਹ ਪੂਰੇ 10,000 ਰੁਪਏ ਦਾ, ਜਿਹੜਾ ਵਿਦਆਊਟ ਪੋਲਿਊਸ਼ਨ ਸਰਟੀਫਿਕੇਟ ਦੇ ਉੱਪਰ 10,000 ਰੁਪਏ ਦਾ ਜਿਹੜਾ ਉਹ ਪੂਰੇ ਦਾ ਪੂਰਾ ਚਲਾਨ ਹੈ। ਜੇ ਤੁਹਾਡੇ ਕੋਲ 50 ਰੁਪਏ ਦਾ ਮੋਟਰਸਾਈਕਲ ਦਾ ਪੋਲਿਊਸ਼ਨ ਸਰਟੀਫਿਕੇਟ ਵੀ ਨਹੀਂ ਹੈਗਾ ਤਾਂ ਸੈਂਟਰਲ ਮੋਟਰ ਵਹੀਕਲ ਐਕਟ ਦੇ ਰੂਲ ਦੇ ਤਹਿਤ ਤੁਹਾਨੂੰ ਜਿਹੜਾ ਉਹ ਪੂਰੇ 10,000 ਰੁਪਏ ਦਾ ਜਿਹੜਾ ਉਹ ਜੁਰਮਾਨਾ ਪਏਗਾ। ਆਮ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਬੱਚੇ 12 ਸਾਲ ਤੋਂ ਲੈ ਕੇ 18 ਸਾਲ ਤੱਕ ਦੇ ਜਿਹੜੇ ਨਹੀਂ ਹੁੰਦੇ ਉਹ ਅਕਸਰ ਹੀ ਸੜਕਾਂ ਦੇ ਉੱਪਰ ਜਿਹੜੇ ਹੈਗੇ ਉਹ ਵਹੀਕਲ ਚਲਾਉਂਦੇ ਆ, ਕਾਰਾਂ ਵੀ ਚਲਾਉਂਦੇ ਆ, ਮੋਟਰਸਾਈਕਲ ਵੀ ਚਲਾਉਂਦੇ ਆ। ਇੱਕ ਚਲਾਨ ਬੁੱਕ ਦੇ ਵਿੱਚ ਚਲਾਨ ਹੈਗਾ ਅੰਡਰ ਏਜ ਚਲਾਨ, ਯਾਨੀ ਕਿ 18 ਸਾਲ ਤੋਂ ਘੱਟ ਆ। ਅਗਰ ਕੋਈ ਵੀ ਬੱਚਾ ਜਿਹੜਾ ਨਾਬਾਲਿਗ ਹੈ ਅਗਰ ਵਹੀਕਲ ਚਲਾਉਂਦੇ ਉਹ ਪਕੜਿਆ ਜਾਂਦਾ ਹੈ ਤੇ ਉਹਦਾ ਅੰਡਰ ਏਜ ਦਾ ਚਲਾਨ ਹੋ ਜਾਂਦਾ ਹੈ ਤਾਂ ਮੋਟਰ ਵਹੀਕਲ ਸੈਕਸ਼ਨ 199 ਸਬਸੈਕਸ਼ਨ A ਦੇ ਅੰਡਰ 25,000 ਰੁਪਏ ਦਾ ਉਹਦਾ ਚਲਾਨ ਹੈ, ਪੂਰਾ 25,000 ਰੁਪਏ ਦਾ। ਇਸ ਕਰਕੇ ਮਾਪਿਆਂ ਨੂੰ ਮੇਰੀ ਹਦਾਇਤ ਹੈ ਆਪਣੇ ਬੱਚੇ ਨੂੰ ਜਿਹਦਾ ਜਿਹੜਾ 18 ਸਾਲ ਤੋਂ ਘੱਟ ਹੈ ਉਹਨੂੰ ਵਹੀਕਲ ਨਾ ਦਿਓ, ਕਿਉਂਕਿ ਜੇ ਚਲਾਨ ਹੋ ਗਿਆ ਬੱਚੇ ਦਾ
ਤਾਂ ਸਮਝ ਲਓ 25000 ਰੁਪਇਆ ਜਿਹੜਾ ਹੈਗਾ ਉਹ ਤੁਹਾਨੂੰ ਜਿਹੜਾ ਹੈਗਾ ਉਹ ਭਰਨਾ ਪਊਗਾ। ਹੁਣ ਹਾਈ ਸਿਕਿਉਰਿਟੀ ਨੰਬਰ ਪਲੇਟ ਤੋਂ ਬਿਨਾਂ ਜਿਹੜੀਆਂ ਹੈਗੀਆਂ ਜਨਾਬ ਜੀ ਗੱਡੀਆਂ ਨਹੀਂ ਚੱਲਣਗੀਆਂ। ਹਾਈ ਸਿਕਿਉਰਿਟੀ ਨੰਬਰ ਪਲੇਟ ਮਤਲਬ ਸਰਕਾਰੀ ਨੰਬਰ ਪਲੇਟ ਤੋਂ ਬਿਨਾਂ ਗੱਡੀਆਂ ਨਹੀਂ ਚੱਲਣਗੀਆਂ। ਚੰਡੀਗੜ੍ਹ ਹਾਈ ਸਿਕਿਉਰਿਟੀ ਸਰਕਾਰੀ ਨੰਬਰ ਪਲੇਟ ਤੋਂ ਬਿਨਾਂ ਗੱਡੀ ਨਹੀਂ ਚੱਲਣ ਦਿੰਦੇ ਜੀ। ਦਿੱਲੀ NCR ਦੇ ਵਿੱਚ ਗੱਡੀ ਨਹੀਂ ਚੱਲਣ ਦਿੰਦੇ ਸਰਕਾਰੀ ਨੰਬਰ ਪਲੇਟ ਤੋਂ ਬਿਨਾਂ। ਹੋਰ ਬਹੁਤ ਸਾਰੇ ਸੂਬਿਆਂ ਦੇ ਵਿੱਚ ਸਰਕਾਰੀ ਨੰਬਰ ਪਲੇਟ ਤੋਂ ਬਿਨਾਂ ਜਿਹੜੀਆਂ ਹੈਗੀਆਂ ਉਹ ਗੱਡੀਆਂ ਨਹੀਂ ਚੱਲਣ ਦਿੰਦੇ ਪਏ। ਇਸ ਕਰਕੇ ਆਪਣੀਆਂ ਸਰਕਾਰੀ ਨੰਬਰ ਪਲੇਟਾਂ ਲਵਾ ਲਓ। ਇਹਦੇ ਤੇ ਹੋਣ ਵਾਲਾ ਚਲਾਨ ਹੀ ਜਿਹੜਾ ਹੈਗਾ ਉਹ 5000 ਰੁਪਏ ਦਾ ਜਿਹੜਾ ਹੈਗਾ ਉਹ ਪੂਰੇ ਦਾ ਪੂਰਾ 5000 ਰੁਪਏ ਦਾ ਜਿਹੜਾ ਹੈਗਾ ਉਹ ਚਲਾਨ ਹੈਗਾ। ਡਰਿੰਕ ਐਂਡ ਡਰਾਈਵ ਦਾ ਚਲਾਨ ਅਗਰ ਤੁਸੀਂ ਦਾਰੂ ਪੀ ਕੇ ਗੱਡੀ ਚਲਾ ਰਹੇ ਹੋ ਤਾਂ ਉਹਦਾ ਜਿਹੜਾ ਚਲਾਨ ਹੈਗਾ ਉਹ ਪੂਰੇ 10000 ਰੁਪਏ ਦਾ ਜਿਹੜਾ ਚਲਾਨ ਹੈ ਉਹ ਹੈਗਾ ਕੋਰਟ ਚਲਾਨ। ਬਾਕੀ ਚਲਾਨ ਤਾਂ ਤੁਸੀਂ ਆਨਲਾਈਨ ਭਰ ਸਕਦੇ ਹੋ, ਪਰ ਜਿਹੜਾ ਡਰਿੰਕ ਐਂਡ ਡਰਾਈਵ ਦਾ ਚਲਾਨ ਹੈ ਇਹ ਕੋਰਟ ਦੇ ਵਿੱਚ ਜਾ ਕੇ ਭਰਨਾ ਪਊਗਾ ਜੱਜ ਸਾਹਿਬ ਦੇ ਸਾਹਮਣੇ। ਕਿਉਂਕਿ ਜੇ ਮੁਲਾਜ਼ਮਾਂ ਨੇ ਲਿਖਤਾ ਕਿ ਅਸੀਂ ਕੋਈ ਮਿਸਬਿਹੇਵ ਕੀਤਾ ਹੈ ਜਾਂ ਕੋਈ ਅਸੀਂ ਡੇਂਜਰਸ ਡਰਾਈਵਿੰਗ ਕਰ ਰਹੇ ਹਾਂ ਜਾਂ ਅਸੀਂ ਕਿਸੇ ਦੇ ਵਿੱਚ ਗੱਡੀ ਲਾਤੀ ਤਾਂ ਹੋ ਸਕਦਾ ਸਾਨੂੰ ਜਿਹੜੀ ਹੈਗੀ ਉਹਦੇ ਵਿੱਚ 3 ਮਹੀਨੇ ਤੋਂ ਲੈ ਕੇ 6 ਮਹੀਨੇ ਤੱਕ ਦੀ ਜਿਹੜੀ ਹੈਗੀ ਆ ਉਹ ਸਜ਼ਾ ਜਿਹੜੀ ਹੈਗੀ ਉਹ ਸਜ਼ਾ ਵੀ ਜਿਹੜੀ ਹੈਗੀ ਆ ਹੋ ਸਕਦੀ ਆ। ਤਾਂ ਹੁਣ ਜਿਹੜੀ ਹੈਗੀ ਆ ਪਿੱਛੇ ਦਿਨਾਂ ਦੇ ਵਿੱਚ ਇੱਕ ਮਿਸਤਰੀ, ਮੈਨੂੰ ਪੂਰਾ ਨਾਮ ਨਹੀਂ ਪਤਾ ਸੀਗਾ, ਮਿਸਤਰੀ ਉਹਦਾ ਨਾਮ ਸੀਗਾ, ਜਿਨ੍ਹਾਂ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋਈ ਆ। ਹੁਣ ਫਰੰਟ ਸੀਟ ਵਾਲਿਆਂ ਦੀ ਤਾਂ ਸੀਟ ਬੈਲਟ ਜ਼ਰੂਰੀ ਸੀਗੀ। ਹੁਣ ਜਿਹੜੀ ਬੈਕ ਸੀਟ ਤੇ ਜਿਹੜੀਆਂ ਸਵਾਰੀਆਂ ਬੈਠੀਆਂ ਹੈ ਉਹਨਾਂ ਲਈ ਵੀ ਜਿਹੜੀ ਹੈਗੀ ਉਹ ਸੀਟ ਬੈਲਟ ਜਿਹੜੀ ਹੈਗੀ ਆ ਉਹ ਸੈਂਟਰ ਗਵਰਨਮੈਂਟ ਨੇ ਜਿਹੜੀ ਹੈਗੀ ਉਹ ਮੈਂਡੇਟਰੀ ਕਰਤੀ ਆ। ਅਗਰ ਪਿੱਛੇ ਵਾਲੀ ਸੀਟ ਵਾਲਿਆਂ ਨੇ ਵੀ ਸੀਟ ਬੈਲਟ ਨਹੀਂ ਪਾਈ ਹੋਈ ਤਾਂ ਪਰ ਪੈਸੰਜਰ ਜਿਹੜਾ ਹੈਗਾ ਉਹ 1000 ਰੁਪਏ ਦਾ ਜਿਹੜਾ ਹੈਗਾ ਉਹ ਪਰ ਪੈਸੰਜਰ 1000 ਰੁਪਏ ਦਾ ਚਲਾਨ ਜਿਹੜਾ ਹੈਗਾ ਉਹ ਲੱਗੂਗਾ। ਤੇ ਮੇਹਰ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਬੇਨਤੀ ਹੈ ਕਿ ਕਿਰਪਾ ਕਰਕੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਕਿਉਂਕਿ ਇਹ ਚੈਨਲ ਬਹੁਤ ਵਧੀਆ ਤੁਹਾਨੂੰ ਜਿਹੜਾ ਹੈਗਾ ਉਹ ਨਿਊਜ਼ਾਂ ਬਾਰੇ ਤੇ ਬਹੁਤ ਵਧੀਆ ਇਨਫੋਰਮੇਸ਼ਨਸ ਬਾਰੇ ਜਿਹੜੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਹੈਗੀ ਉਹ ਜਾਣਕਾਰੀ ਮੁਹੱਈਆ ਕਰਵਾਏਗਾ। ਇਹ ਸਨ ਸਾਡੇ ਨਾਲ ਰੋਡ ਸੇਫਟੀ ਦੇ ਜਿਹੜੇ ਮਾਹਰ ਸਨ ਮਨੀਸ਼ ਜੀ, ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਔਰ ਜਿਨ੍ਹਾਂ ਨੇ ਦੱਸਿਆ ਕਿ ਸਰਕਾਰ ਨੇ ਨਵੇਂ ਕਿਹੜੇ ਜਿਹੜੇ ਟ੍ਰੈਫਿਕ ਰੂਲ ਲਿਆਂਦੇ ਨੇ ਜਿਨ੍ਹਾਂ ਨੂੰ ਲੈ ਕੇ ਜਿਹੜੇ ਕੀ ਜੁਰਮਾਨੇ ਲੱਗ ਰਹੇ ਨੇ, ਔਰ ਉਹਨਾਂ ਨੇ ਕਿਵੇਂ ਦੱਸਿਆ ਕਿ ਸਾਨੂੰ ਸੜਕ ਤੇ ਵਹੀਕਲ ਚਲਾਉਣਾ ਦੀ ਲੋੜ ਹੈ। ਇਸ ਕਰਕੇ ਉਹ ਅੱਜ ਸਾਡੇ ਨਾਲ ਗੱਲਬਾਤ ਕੀਤੀ, ਉਹ ਸਾਡੇ ਨਾਲ ਜੁੜੇ ਰਹੇ, ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ।